Good morning, students. Welcome to your first class of English, right? I'm saying this is first class because now you are in 8th class. So, first of all, congrats to all to get promoted in 8th class. Students, today we will do the first chapter of your book, that is Value of Money. पैसे दी महत्ता. So students, what do you think? What is the value of money in your life? ਤੁਹਾਡੀ ਜ਼ਿੰਦਗੀ ਵਿੱਚ ਪੈਸੇ ਦੀ ਕੀ ਕੀਮਤ ਹੈ ਜਾਂ ਪੈਸੇ ਦਾ ਕੀ ਮਹੱਤਵ ਹੈ? Can you tell me? Come on, speak up. Can you tell me? I know you all must be having different answers. ਤੁਸੀਂ ਸਾਰਿਆਂ ਦੀਆਂ ਫੈਮਲੀਜ਼ ਅਲੱਗ-ਅਲੱਗ ਹਨ. ਤੁਸੀਂ ਸਾਰੇ ਆਪਣੀ ਫੈਮਲੀਜ਼ ਦੇ ਅਕੋਰਡਿੰਗ ਪੈਸੇ ਦੀ ਕਦਰ ਜਾਂ ਪੈਸੇ ਦੀ ਮਹੱਤਤਾ ਦੱਸੋਗੇ, ਕਿਉਂਕਿ ਹਰ ਫੈਮਲੀ ਦੀਆਂ ਆਪਣੀਆਂ ਕੰਡੀਸ਼ਨਸ ਹੁੰਦੀਆਂ ਵਾ ਤੇ ਉਹਦੇ ਅਕੋਰਡਿੰਗ ਹੀ ਅਸੀਂ ਉਸ ਚੀਜ਼ ਨੂੰ ਸਮਝਦੇ ਹਾਂ. ਅੱਜ ਅਸੀਂ ਇੱਕ ਸਟੋਰੀ ਪੜ੍ਹਨ ਜਾ ਰਹੇ ਹਾਂ, ਵੈਲਿਊ ਆਫ ਮਨੀ, ਜਿਹਦੇ ਵਿੱਚ ਤੁਹਾਡੀ ਏਜ ਦੀ ਹੀ ਇੱਕ ਕਰੈਕਟਰ ਹੈ. ਸ਼ੀ ਇਜ਼ ਦ ਨਰੇਟਰ ਹੇਅਰ, ਜਿਹੜੀ ਕਿ ਆਪਣੀ ਕਹਾਣੀ ਦੱਸਦੀ ਹੈ ਕਿ ਉਹਨੂੰ ਪੈਸੇ ਦੀ ਮਹੱਤਤਾ ਕਿੱਦਾਂ ਸਮਝ ਆਈ ਸੀ. ਅੱਜ ਅਸੀਂ ਇਸ ਕਹਾਣੀ ਨੂੰ ਪੜ੍ਹਾਂਗੇ. ਬਟ ਬਿਫੋਰ ਦੈਟ, note down the name of the author of this chapter, Vandana Lunyal. ਵੰਦਨਾ ਲੁਨਿਆਲ ਜੀ ਨੇ ਇਹ ਚੈਪਟਰ ਲਿਖਿਆ ਹੈ, ਇਹ ਕਹਾਣੀ ਲਿਖੀ ਹੈ ਤੇ ਉਹ ਖੁਦ ਹੀ ਇਹਦੇ ਵਿੱਚ ਨਰੇਟਰ ਹਨ, ਕਹਾਣੀ ਦੱਸ ਰਹੇ ਹਨ. ਤਾਂ ਤੁਸੀਂ ਕਹਿ ਸਕਦੇ ਹੋ ਕਿ ਇਹ ਉਹਨਾਂ ਦੀ ਜ਼ਿੰਦਗੀ ਦੀ ਹੀ ਕਹਾਣੀ ਹੈ ਕਿ ਉਹਨਾਂ ਨੇ ਪੈਸੇ ਦੀ ਮਹੱਤਤਾ ਕਿੱਦਾਂ ਸਮਝੀ ਸੀ. ਸੋ ਸ਼ੀ ਇਜ਼ ਆਫ ਯੋਰ ਏਜ, ਤੁਹਾਡੀ ਏਜ ਦੇ ਹੀ ਹਨ ਇਸ ਕਹਾਣੀ ਦੇ ਵਿੱਚ ਉਹ, ਤੇ ਤੁਹਾਨੂੰ ਸਮਝ ਲੱਗੇਗਾ ਕਿ ਇਸ ਏਜ 'ਚ ਸਾਰੇ ਬੱਚੇ ਇੱਕੋ ਤਰ੍ਹਾਂ ਹੀ ਸੋਚਦੇ ਆ. ਤੁਸੀਂ ਸਾਰੇ ਜਿੱਦਾਂ ਸੋਚਦੇ ਹੋ, ਜਦੋਂ ਅਸੀਂ ਉਸ ਏਜ ਵਿੱਚ ਸੀ ਅਸੀਂ ਵੀ ਉੱਦਾਂ ਹੀ ਸੋਚਦੇ ਸੀ. When you will read this story, you would understand this. So, first of all, note down the meanings of the difficult words. Learning new words and their meanings in the given context. ਤੁਹਾਡੇ ਚੈਪਟਰ ਵਿੱਚ ਇਹ ਵਰਡਸ ਹਨ, ਤੁਸੀਂ ਇਹਨਾਂ ਦੇ ਮੀਨਿੰਗਸ ਨੋਟ ਕਰ ਸਕਦੇ ਹੋ. ਫਸਟ, ਪ੍ਰੋਸੈਸਰ. ਪ੍ਰੋਸੈਸਰ, ਦਿਸ ਇਜ਼ ਅ ਪਾਰਟ ਆਫ ਅ ਕੰਪਿਊਟਰ. ਇਹ ਕੰਪਿਊਟਰ ਦਾ ਇੱਕ ਭਾਗ ਹੁੰਦਾ ਹੈ, ਇਹ ਮੇਨ ਹਿੱਸਾ ਹੁੰਦਾ ਹੈ ਕੰਪਿਊਟਰ ਦਾ, ਜਿਹਦੇ ਅਕੋਰਡਿੰਗ ਕੰਪਿਊਟਰ ਚੱਲਦਾ ਹੈ. ਇਫ ਦੇयर ਵੁੱਡ ਬੀ ਨੋ ਪ੍ਰੋਸੈਸਰ, ਪ੍ਰੋਸੈਸਰ ਨਹੀਂ ਹੋਏਗਾ ਕੰਪਿਊਟਰ ਵਿੱਚ ਤਾਂ ਉਹ ਕੰਮ ਨਹੀਂ ਕਰੇਗਾ. ਸੈਕੰਡ ਇਜ਼ ਲਿਮਿਟੇਸ਼ਨਸ. लिमिटेशंस मीन्स सीमावां, मतलब किसी चीज़ की हद हुंदी है कि असी उस चीज़ नूं उस हद तक ही वरत सकते हैं, उस तो ज़्यादा काम उहदे तो नहीं लिया जा सकता. जिवें कि अजकल तुसी फोन यूज़ करते हो, तो तुसी पहलां दे फोन्स ते हुण दे फोन्स विच जे फर्क देखो, पहलां दे फोन्स विच जस्ट कॉल हो सकती सी, मैसेज हो सकता सी, पर हुण दे फोन्स विच बहुत कुछ असी करते हैं. ਨੈੱਟ ਚਲਾਉਂਦੇ ਆ, ਗੇਮਸ ਖੇਡਦੇ ਹੋ, ਤੁਸੀਂ ਪੜ੍ਹਾਈ ਕਰਦੇ ਹੋ. ਪਹਿਲਾਂ ਦੇ ਫੋਨ ਵਿੱਚ ਤੁਸੀਂ ਪੜ੍ਹਾਈ ਨਹੀਂ ਕਰ ਸਕਦੇ ਸੀ, ਤਾਂ ਉਹ ਪਹਿਲਾਂ ਦੇ ਫੋਨ ਸੀ, ਉਹਨਾਂ ਦੀਆਂ ਲਿਮਿਟੇਸ਼ਨਸ ਅਲੱਗ ਸੀ. ਹੁਣ ਦੇ ਫੋਨਸ ਦੀਆਂ ਲਿਮਿਟੇਸ਼ਨਸ ਅਲੱਗ ਹਨ. ਥਰਡ ਵਰਡ ਇਜ਼ ਇੰਟ੍ਰੀਗ. ਇੰਟ੍ਰੀਗ, ਇਟ ਮੀਨਸ ਪ੍ਰਭਾਵਿਤ ਕਰਨਾ. ਤੁਸੀਂ ਕਿਸੇ ਚੀਜ਼ ਲਈ ਪ੍ਰਭਾਵਿਤ ਹੋ ਰਹੇ ਹੋ, ਕਿਸੇ ਚੀਜ਼ ਵੱਲ, ਦੈਟ ਮੀਨਸ ਯੂ ਆਰ ਗੈਟਿੰਗ ਇੰਟ੍ਰੀਗਡ ਟੂ ਦੈਟ ਥਿੰਗ. Fourth word is review. Review. Review ਦਾ ਮੀਨਿੰਗ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਕਿਉਂਕਿ ਜਦੋਂ ਅਸੀਂ ਕੋਈ ਚੀਜ਼ ਖਰੀਦਣੀ ਹੋਵੇ ਤਾਂ ਅਸੀਂ ਉਹਦੇ ਰਿਵਿਊਜ਼ ਪੜ੍ਹਦੇ ਹਾਂ. ਕੋਈ ਐਪ ਵੀ ਡਾਊਨਲੋਡ ਕਰਨਾ ਹੋਵੇ ਫੋਨ ਜਾਂ ਕੰਪਿਊਟਰ ਵਿੱਚ, ਵੀ ਗੋ ਥਰੂ ਦਾ ਰਿਵਿਊਜ਼. ਮਤਲਬ ਕਿਸੇ ਜਿਹਨੇ ਉਸ ਚੀਜ਼ ਨੂੰ ਵਰਤਿਆ ਹੋਵੇ ਉਹਦੇ ਉਸ ਚੀਜ਼ ਬਾਰੇ ਕੀ ਵਿਚਾਰ ਆ, ਕਿ ਉਹ ਚੀਜ਼ ਵਧੀਆ ਹੈ ਜਾਂ ਨਹੀਂ ਵਧੀਆ ਹੈ. ਸੋ ਦੈਟ ਇਜ਼ ਰਿਵਿਊ, ਸਮੀਖਿਆ ਕਰਨੀ. ਤੁਹਾਡੇ ਰਿਪੋਰਟ ਕਾਰਡਸ ਤਿਆਰ ਹੁੰਦੇ ਆ, ਰਾਈਟ? ਤੁਹਾਡਾ ਟੈਸਟ ਲਿਆ ਜਾਂਦਾ ਵਾ,
ਤੁਹਾਡੇ ਟੀਚਰਸ ਤੁਹਾਡੇ ਪੇਰੈਂਟਸ ਨਾਲ ਮੀਟਿੰਗ ਕਰਦੇ ਆ and they give their reviews, right? Yes. And fifth word is consumerist. Consumerist. ਤੁਸੀਂ ਸਾਰੇ consumerist ਹੋ। ਰੋਜ਼ ਤੁਸੀਂ ਕੋਈ ਨਾ ਕੋਈ ਚੀਜ਼ ਵਰਤਦੇ ਹੋ, ਪਰ ਉਹ ਚੀਜ਼ ਤੁਸੀਂ ਖੁਦ ਤਿਆਰ ਨਹੀਂ ਕਰਦੇ। ਤਿਆਰ ਕਿਸੇ ਹੋਰ ਦੀ ਕੀਤੀ ਗਈ ਹੁੰਦੀ ਹੈ, ਤੁਸੀਂ ਉਹਦਾ ਯੂਜ਼ ਕਰਦੇ ਹੋ। ਤਾਂ ਤੁਸੀਂ ਖਪਤਕਾਰ ਹੋ, ਉਪਭੋਗਤਾ ਹੋ ਕਿ ਉਸ ਚੀਜ਼ ਦੀ ਵਰਤੋਂ ਕਰਦੇ ਹੋ। So you are consumerist. Next word is obsessed. Obsessed. It means ਜਨੂਨ ਨਾਲ ਭਰਿਆ। ਤੁਸੀਂ word use ਕਰਦੇ ਹੋ ਸੰਕੀ, right? ਕਿ ਇਹ ਤਾਂ ਸੰਕੀ ਹੋ ਗਿਆ, ਇਹਨੂੰ ਇਹ ਚੀਜ਼ ਚਾਹੀਦੀ ਹੈ, right? ਤਾਂ ਉਹ ਹੁੰਦਾ ਹੈ ਜਨੂਨ ਨਾਲ ਭਰਿਆ obsessed, ਕਿ ਕੋਈ ਚੀਜ਼ ਪਸੰਦ ਆ ਗਈ, ਜਦ ਤੱਕ ਸਾਨੂੰ ਉਹ ਚੀਜ਼ ਮਿਲ ਨਹੀਂ ਰਹੀ ਅਸੀਂ ਉਸ ਚੀਜ਼ ਬਾਰੇ ਹੀ ਸੋਚੀ ਜਾ ਰਹੇ ਹਾਂ, ਉਸ ਚੀਜ਼ ਨੂੰ ਪਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਾਂ। that is called obsession and obsessed is verb. Seventh word is feature. Feature. It means visheshta. Visheshta, qualities, characteristics. ਇਹ ਸਾਰੇ words same ਹਨ। ਵਿਸ਼ੇਸ਼ਤਾ, ਤੁਹਾਡੀ ਖੁਦ ਦੀ ਵਿਸ਼ੇਸ਼ਤਾ ਕੀ ਹੈ, ਤੁਹਾਡਾ characteristics ਕੀ ਹੈ, राइट? द फीचर किसी चीज की विशेषता खासियत की है। एट्थ वर्ड इज स्टोरेज। स्टोरेज, स्टोरेज वर्ड नाल तो तुसी पूरे जानू होगे क्योंकि फोन सारे चलाते हैं, राइट? तो थोड़े टाइम बाद इदा हो जाता स्टोरेज फुल हो गई फोन की, राइट? कंप्यूटर चलाते हो, मैमरी फुल हो गई, दैट इज स्टोरेज, भंडार। पिक देख सकते हो तुसी, दिस इज हार्ड डिस्क, इनू कंप्यूटर्स विच यूज करिया जांदा वा स्टोरेज लई। नेक्स्ट वर्ड इज अल्टीमेट। अल्टीमेट मीन्स उत्तम, या तुसी कह सकते हो सर्वोत्तम, सब तो उपर, सब तो वधिया। एंड द लास्ट वर्ड इज इन्वेस्टिंग। इन्वेस्टिंग, इट मीन्स निवेश करना, या फिर तुसी कह सकते हो जमा करना। ਤੁਹਾਡੇ ਪੇਰੈਂਟਸ ਬੈਂਕ ਵਿੱਚ ਪੈਸੇ ਜਮ੍ਹਾਂ ਕਰਦੇ ਆ, ਰਾਈਟ? ਤਾਂ ਉਹ ਨਿਵੇਸ਼ ਕਰ ਰਹੇ ਆ, ਇਨਵੈਸਟ ਕਰ ਰਹੇ ਆ। ਕਲੀਅਰ? ਸੋ these are the 10 words. These are in your book, activity 1, meanings. So now let us read the story Value of Money. I was 14 when I learned the value of money. आई मैं तुहानू पहले दस्सिया, तो आई कौन है इहदे विच? राइट, ऑथर वंदना लुनियाल। उन्होंने खुद ही ये स्टोरी नरेट की है। तो कहते कि जदों मैनू पैसे की महत्ता समझ आई, या जदों मैं पैसे की महत्ता सीखी कि पैसा कितना ज़रूरी है, या उहदी की क्वालिटीज़ हैं, या उहदा की महत्व है साडी जिंदगी विच, सानू किद्दां कदर करनी चाहिदी है। ਜਦੋਂ ਕਹਿੰਦੇ ਮੈਂ ਇਹ ਗੱਲ ਸਮਝੀ ਸੀ, ਮੈਂ ਉਦੋਂ ਸਿਰਫ 14 ਸਾਲ ਦੀ ਸੀ। ਤੁਹਾਡੀ ਏਜ ਵੀ ਇੰਨੀ ਹੀ ਹੋਏਗੀ। ਸੋ ਆਈ ਟੋਲਡ ਯੂ ਕਿ ਉਹ ਤੁਹਾਡੀ ਏਜ ਦੇ ਹੀ ਸੀ। I wanted to get myself a new computer. ਤਾਂ ਕਹਿੰਦੇ ਕਿ ਮੈਨੂੰ ਉਸ ਟਾਈਮ ਇੱਕ ਨਵਾਂ ਕੰਪਿਊਟਰ ਚਾਹੀਦਾ ਸੀ, ਕਿ ਮੈਂ ਚਾਹੁੰਦੀ ਸੀ ਕਿ ਮੈਂ ਆਪਣੇ ਲਈ ਇੱਕ ਨਵਾਂ ਕੰਪਿਊਟਰ ਖਰੀਦਾਂ। Although there was nothing wrong with the computer I was already using. जबकि कहते जिहड़ा कंप्यूटर मैं पहला तो ही वरत रही सी, ਉਹਦੇ ਵਿੱਚ कोई प्रॉब्लम नहीं सी, पर फिर भी मैं अपने लिए एक नवा कंप्यूटर खरीदना चाहती सी। मीनस उन्हों का कंप्यूटर ना तो खराब सी, ना ਉਹਦੇ 'ਚ इदां दी कोई प्रॉब्लम सी कि उन्हों का कोई काम नहीं पूरा हो रहा, पर फिर भी उन्होंने ये सी कि उन्होंने नवा कंप्यूटर खरीदना है। दिस इज कॉल्ड obsession, right? It was summer break. गर्मियां दियां छुट्टियां सी कहंदे, and I had been watching a lot of TV. ते कहंदे मैं बहुत ज़्यादा टीवी देख रही सी। तुसी सारे भी टीवी ही देखदे हो ना गर्मियां दी छुट्टियां विच, I know that. There was this one advertisement that would pop up on screen all the time. Pop up,
इस फ्रेज नूं चंगी तरह समझो। बच्चे जदों तुसी कोई ऐप वगैरह यूज़ करते हो या फोन विच कुछ सर्च कर रहे हो स्क्रीन ते ऑनलाइन, राइट, तो तुसी देखते होगे उहदे विच एड्स आंदियां रहिंदियां, अचानक ऐड आ जांदियां, दैट इज़ कॉल्ड पॉपअप। तो कहंदे कि मैं बहुत टीवी देख रही सीगी तो उहदे विच एक एडवरटीजमेंट आंदी रहिंदी सीगी जिहड़ी हमेशा स्क्रीन ते शो हो जांदी सी। इट वॉज फॉर द लेटेस्ट बैल कंप्यूटर। तो एडवरटीजमेंट किहदे बारे सीगी, वो विज्ञापन किहदे बारे सीगा, हुणे लॉन्च होया नवें बैल कंप्यूटर बारे सी। बैल इज़ द कंपनी नेम ऑफ कंप्यूटर कंपनी है जिहड़ी कंप्यूटर्स बनांदी है, बैल। तो कहंदे उहदे ते बैल कंपनी दे कंप्यूटर दी एड आंदी रहिंदी सीगी। इट हैड द फास्टेस्ट प्रोसेसर and unbelievably high storage among many other new features। तो कहंदे टीवी ते की शो हुंदा सी कि उहदा जिहड़ा प्रोसैसर है, जिहड़ा मेन पार्ट है कंप्यूटर दा जिहदे नाल ओह काम करदा आ, वो बहुत ही तेज़ है, बाकी कंप्यूटर्स दे नालों ज़्यादा काम करदा है, ज़्यादा तेज़ है। तो उहदी जिहड़ा भंडार है, स्टोरेज है, मैमरी है, वो इन्नी ज़्यादा हाई है कि सानूं विश्वास भी नहीं होएगा कि इन्नी ज़्यादा उहदे विच स्टोरेज असी कर सकते हैं। ते इस तो इलावा होर भी बहुत सारियां विशेषतावां सी। एवरी टाइम आई सा इट, जदों भी कहंदे मैं वो देखदी सी, आई वॉज इंट्रीग्ड, ते मैं उहदे वल प्रभावित हो जांदी सी। आई वुड गो ऑनलाइन, फिर कहंदे मैं ऑनलाइन जांदी सी, एंड वॉच पीपल रिव्यूइंग द कंप्यूटर जस्ट टू फाइंड आउट मोर अबाउट इट्स फीचर्स। कहंदे मैं ऑनलाइन उहदे बारे सर्च करदी सी ते लोकां ने जो उहदे बारे रिव्यूज़ दिते हुंदे सी, लोकां दे जो विचार सी उस कंप्यूटर बारे, मैं उहनां नूं पढ़दी सी ते होर जिहड़े उहदे विच विशेषतावां सीगियां उहनां दे बारे जानन दी कोशिश करदी सी। आई वुड रीड आर्टिकल्स अबाउट इट्स फीचर्स इन टेक मैगजीन्स। कहंदे मैं उहदे बारे आर्टिकल्स, लेख पढ़दी सी मैगजीन्स विच। मैगजीन्स हुंदियां वा, तुसीं देखदे होगे अलग अलग मैगजीन्स आंदियां वा, उहदे विच हुंदियां टैक मैगजीन्स। उहदे च की हुंदा वा, तकनीकी चीज़ां जिहड़ियां हैगियां उहनां बारे दस्सिया हुंदा वा। तां कहंदे जिहड़ियां तकनीक नाल संबंधित मैगजीन्स सीगियां, मैं उहदे विच बैल कंप्यूटर बारे लेख पढ़दी सीगी। तो तुसी समझ सकते हो, शी वॉज गेटिंग ऑबसैस्ड कि उहदे दिमाग ते ओह कंप्यूटर दा एक तरह कह लो कि उही घूम रहा सी, जनून भर गया सी कि उस कंप्यूटर बारे जानना ही है। इट अपीयर्ड टू बी एन अल्टीमेट कंप्यूटर। तो कहंदी जदों मैं उहदे बारे पढ़िया तो मैनू पता लग गया कि सब तो वधिया कंप्यूटर है। While the limitations of my own computer made me unhappy। हुण बैल कंप्यूटर विच इन्ने ज़्यादा फीचर सी, विशेषतावां सी, जदों उन्होंने कंपैरिजन अपने कंप्यूटर नाल कीता तो उन्होंने लगा कि मेरे कंप्यूटर विच बहुत कमियां हैं। ते कहंदे वो कमियां देख के मैं ना खुश हो जाती सी। बट माई पेरेंट्स रिफ्यूज टू बाय मी द कंप्यूटर वैन आई आस्क्ड देम अबाउट इट। पर कहंदे मेरे पेरेंट्स ने, माता पिता ने मैनू वो कंप्यूटर खरीदण तो मना कर दिता जदों मैं उन्हां नूं पुछया। लुकिंग बैक नाउ, कहंदे अज जदों इस एज विच जाके, मतलब हुण वो वड्डे हो गए आ, तो कहंदे अज जदों इस एज विच जाके मैं उस टाइम बारे सोचदी हाँ कि उदों मैं कंप्यूटर लई इन्नी पागल हो गई सीगी कि मैं उही खरीदना चाह रही सी। I probably did not even need all those extra features। तो कहंदे शायद मैनू लगदा कि मैनू उस एज विच इन्ने ज़्यादा विशेषतावां वाले कंप्यूटर की जरूरत सी ही नहीं। हुण बच्चे तुसी 14 ईयर्स दे हो, 13 ईयर्स दे हो, इन्नी एज होएगी तुहाडी, राइट। हुण जे असीं तुहानूं कहिए कि तुसी कंप्यूटर खरीदो ते उहदे विच IT कंपनी जिहड़ियां कंप्यूटर दियां कंपनीज है या सॉफ्टवेयर जिहड़े वो यूज़ करदे कि तुहानूं ओह असीं सारियां चीज़ां उहदे विच पा के दे दईए तो तुहानूं समझ लगेगा? नो, क्योंकि तुहाडी एज दे अकॉर्डिंग जिहड़े कंप्यूटर्स तुसी यूज़ कर रहे हो, जिहड़े एप्स या फीचर्स तुसी देख रहे हो उहदे विच,
ਉਹ ਤੁਹਾਡੀ ਏਜ ਦੇ ਅਕੋਰਡਿੰਗ, ਤੁਹਾਡੀ ਸਮਝ ਦੇ ਅਕੋਰਡਿੰਗ ਬਿਲਕੁਲ ਠੀਕ ਹਨ। ਤਾਂ ਕਹਿੰਦੇ ਮੈਂ ਹੁਣ ਜਦੋਂ ਉਸ ਟਾਈਮ ਬਾਰੇ ਸੋਚਦੀ ਹਾਂ ਤਾਂ ਮੈਨੂੰ ਲੱਗਦਾ ਮੈਨੂੰ ਇੰਨੇ ਫੀਚਰਸ ਦੀ ਜ਼ਰੂਰਤ ਨਹੀਂ ਸੀ। I could do everything I wanted to do on my own computer without running into any issues, but the consumerist in me seemed to think otherwise. I could do everything I wanted to do on my own computer. ਤਾਂ ਉਹ ਕਹਿੰਦੇ ਜਦੋਂ ਹੁਣ ਮੈਂ ਪਿਛਲੇ ਸਮੇਂ ਬਾਰੇ, ਉਸ ਟਾਈਮ ਬਾਰੇ ਸੋਚ ਰਹੀ ਹਾਂ ਤਾਂ ਮੈਨੂੰ ਲੱਗ ਰਿਹਾ ਕਿ ਮੇਰੇ ਕੋਲ ਜਿਹੜਾ ਕੰਪਿਊਟਰ ਸੀ ਮੈਂ ਉਹਦੇ ਵਿੱਚ ਉਹ ਸਾਰੇ ਕੰਮ ਕਰ ਸਕਦੀ ਸੀ ਜਿਹੜੇ ਮੈਨੂੰ ਜ਼ਰੂਰੀ ਸੀਗੇ, ਜਿਨ੍ਹਾਂ ਦੀ ਉਸ ਟਾਈਮ ਮੈਨੂੰ ਜ਼ਰੂਰਤ ਸੀ। ਵਿਦਾਊਟ ਰਨਿੰਗ ਇਨਟੂ ਐਨੀ ਇਸ਼ੂਜ਼, ਕਿਸੇ ਵੀ ਪ੍ਰੋਬਲਮ 'ਚ ਪਏ ਤੋਂ ਬਿਨਾਂ, ਕਿ ਉਹ ਕੰਪਿਊਟਰ 'ਚ ਉਹ ਸਭ ਕੁਝ ਸੀਗਾ ਜੋ ਮੈਨੂੰ ਚਾਹੀਦਾ ਸੀਗਾ। ਬਟ ਦ ਕੰਜ਼ਿਊਮਰਿਸਟ ਇਨ ਮੀ ਸੀਮਡ ਟੂ ਥਿੰਕ ਅਦਰਵਾਈਜ਼, ਪਰ ਕਹਿੰਦੇ ਜਿਹੜਾ ਮੇਰੇ ਵਿੱਚ ਖਪਤਕਾਰ ਹੈ, ਉਪਭੋਗਤਾ ਆ, ਉਹ ਇਹਦਾ ਉਲਟ ਸੋਚ ਰਿਹਾ ਵਾ। ਹੁੰਦਾ ਹੈ, ਅਸੀਂ ਵੀ ਇੱਦਾਂ ਹੀ ਕਰਦੇ ਹਾਂ। ਸਾਡੇ ਕੋਲ ਚੀਜ਼ ਹੁੰਦੀ ਹੈ, ਪਰ ਜਦੋਂ ਅਸੀਂ ਉਸ ਤੋਂ ਵਧੀਆ ਚੀਜ਼ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਹਾਏ ਸਾਡੀ ਚੀਜ਼ ਵਧੀਆ ਨਹੀਂ ਆ, ਇਹ ਤਾਂ ਉਸ ਤੋਂ ਵੀ ਵਧੀਆ ਵਾ, ਪਰ ਸਾਨੂੰ ਉਹਦੀ ਜ਼ਰੂਰਤ ਨਹੀਂ ਹੁੰਦੀ। ਹੁਣ ਤੁਸੀਂ ਆਪਣੇ ਘਰ 'ਚ ਦੇਖਦੇ ਹੀ ਹੋ, ਸਪੈਸ਼ਲੀ ਮਦਰਸ, ਰਾਈਟ? ਕਿਚਨ 'ਚ ਜਾਂਦੇ ਹੋ ਤਾਂ ਆ ਵੀ ਪਿਆ ਹੁੰਦਾ, ਆ ਵੀ ਪਿਆ ਹੁੰਦਾ, ਹਰੇਕ ਚੀਜ਼ ਦਾ ਤਾਂ ਲੱਗਦਾ ਇੱਦਾਂ ਹੀ ਆ ਕਿ ਹਜੇ ਵੀ ਇਹਦੇ 'ਚ ਕਮੀ ਹੈ, ਰਾਈਟ? ਸੋ ਇਹ ਹਿਊਮਨ ਨੇਚਰ ਹੈ, ਇਹ ਸਾਡੀ ਨੇਚਰ ਹੈ, ਸਾਡਾ ਸੁਭਾਅ ਹੈ ਇਹ। ਆਫਟਰ ਅ ਵਾਈਲ, ਥੋੜੇ ਟਾਈਮ ਬਾਅਦ, ਮਾਈ ਪੈਰੈਂਟਸ ਨੋਟਿਸਡ, ਮੇਰੇ ਪੈਰੈਂਟਸ ਨੇ, ਕਹਿੰਦੇ ਮਾਤਾ ਪਿਤਾ ਨੇ ਨੋਟਿਸ ਕੀਤਾ, ਧਿਆਨ ਦਿੱਤਾ, ਹਾਊ ਅਬਸੈਸਡ ਆਈ ਵਾਜ਼ ਵਿਦ ਦਿਸ ਨਿਊ ਕੰਪਿਊਟਰ। ਕਹਿੰਦੇ ਉਹਨਾਂ ਨੇ ਧਿਆਨ ਦਿੱਤਾ ਕਿ ਮੇਰੇ ਦਿਮਾਗ ਤੇ ਇਸ ਕੰਪਿਊਟਰ ਦਾ ਜਨੂਨ ਛਾ ਗਿਆ ਵਾ। ਸੋ ਦੇ ਡਿਸਾਈਡਡ ਟੂ ਗਿਵ ਮੀ ਅ ਚਾਂਸ ਟੂ ਅਰਨ ਇਟ। ਤਾਂ ਕਹਿੰਦੇ ਉਹਨਾਂ ਨੇ ਫੈਸਲਾ ਲਿਆ ਕਿ ਉਹ ਮੈਨੂੰ ਕੰਪਿਊਟਰ ਖਰੀਦਣ ਲਈ ਪੈਸੇ ਕਮਾਉਣ ਦਾ ਮੌਕਾ ਦੇਣਗੇ। ਦੇ ਟੋਲਡ ਮੀ, ਉਹਨਾਂ ਨੇ ਮੈਨੂੰ ਕਿਹਾ, ਇਫ ਆਈ ਸਟਾਰਟਡ ਡੂਇੰਗ ਹਾਊਸ ਚੋਰਸ, ਕਹਿੰਦੇ ਉਹਨਾਂ ਨੇ ਕਿਹਾ ਜੇ ਮੈਂ ਘਰ ਦੇ ਕੰਮ ਕਰਨੇ ਸ਼ੁਰੂ ਕਰ ਦੇਵਾਂ, ਚੋਰਸ, CHORES, ਚੋਰਸ, ਤਾਂ ਕਹਿੰਦੇ ਉਹਨਾਂ ਨੇ ਮੈਨੂੰ ਕਿਹਾ ਤੁਸੀਂ ਘਰ ਦੇ ਕੰਮ ਕਰਨੇ ਸ਼ੁਰੂ ਕਰ ਦਿਓ, ਦੇ ਵੁੱਡ ਗਿਵ ਮੀ ਮਨੀ ਫॉर ਇਟ, ਤੇ ਉਹ ਮੈਨੂੰ ਉਹਨਾਂ ਕੰਮਾਂ ਲਈ ਪੈਸੇ ਦੇਣਗੇ, ਜਿੰਨੇ ਮੈਂ ਘਰ ਦੇ ਕੰਮ ਕਰੂੰਗੀ ਮੈਨੂੰ ਉਹਨੇ ਪੈਸੇ ਮਿਲਣਗੇ। ਐਂਡ ਆਈ ਕੁਡ ਸੇਵ ਅਪ ਅੰਟਿਲ ਆਈ ਹੈਡ ਇਨਫ ਟੂ ਬਾਏ ਦ ਕੰਪਿਊਟਰ ਔਨ ਮਾਈ ਓਨ। ਤੇ ਕਹਿੰਦੇ ਮੈਂ ਉਹ ਪੈਸੇ ਬਚਾਉਂਦੀ ਜਾਵਾਂ, ਉਦੋਂ ਤੱਕ ਉਹਨਾਂ ਪੈਸਿਆਂ ਨੂੰ ਇਕੱਠੇ ਕਰਾਂ ਜਦ ਤੱਕ ਮੇਰੇ ਕੋਲ ਕੰਪਿਊਟਰ ਖਰੀਦਣ ਦੇ ਪੈਸੇ ਇਕੱਠੇ ਨਾ ਹੋ ਜਾਣ। ਇਟਸ ਅ ਗੁੱਡ ਥਿੰਗ, ਰਾਈਟ? ਕਿ ਜੇ ਤੁਹਾਨੂੰ ਕੋਈ ਚੀਜ਼ ਚਾਹੀਦੀ ਹੈ ਤਾਂ ਖੁਦ ਕਮਾ ਕੇ ਖਰੀਦੋ ਤਾਂ ਤੁਹਾਨੂੰ ਉਸ ਚੀਜ਼ ਦਾ ਪਤਾ ਵੀ ਲੱਗੇਗਾ। ਇਟ ਸੀਮਡ ਲਾਈਕ ਅ ਗੁੱਡ ਆਈਡੀਆ, ਕਹਿੰਦੇ ਮੈਨੂੰ ਇਹ ਆਈਡੀਆ ਵਧੀਆ ਲੱਗਿਆ। ਐਂਡ ਆਈ ਜੰਪਡ ਐਟ ਦਾ ਓਪਰਚੁਨਿਟੀ, ਤੇ ਮੈਂ ਉਸ ਮੌਕੇ ਦਾ ਫਾਇਦਾ ਚੱਕ ਲਿਆ। ਦ ਵੈਰੀ ਨੈਕਸਟ ਡੇ, ਅਗਲੇ ਹੀ ਦਿਨ, ਆਈ ਸਟਾਰਟਡ ਵੇਕਿੰਗ ਅਪ अर्ਲੀ, ਮੈਂ ਜਲਦੀ ਉੱਠਣਾ ਸ਼ੁਰੂ ਕਰ ਦਿੱਤਾ। to make extra time to be able to do more chores, ਜਲਦੀ ਕਿਉਂ ਉੱਠਣਾ ਸ਼ੁਰੂ ਕੀਤਾ? ਤਾਂ ਕਿ ਉਹਨਾਂ ਕੋਲ ਐਕਸਟਰਾ ਟਾਈਮ ਹੋਵੇ, ਵਾਧੂ ਸਮਾਂ ਹੋਵੇ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਨ ਦਾ। I would do the dishes 3 times a day, dishes, ਬਰਤਨ ਧੋਣਾ, ਤਾਂ ਕਹਿੰਦੇ ਮੈਂ 3 ਟਾਈਮ, ਇੱਕ ਦਿਨ ਵਿੱਚ 3 ਟਾਈਮ ਬਰਤਨ ਧੋਂਦੀ ਸੀ। Take the garbage out, ਕੂੜਾ ਬਾਹਰ ਲੈ ਕੇ ਜਾਂਦੀ ਸੀ। mow the lawn on the weekends, ਤੇ ਹਫਤੇ ਦੇ ਆਖਿਰ ਵਿੱਚ lawn, ਬਗੀਚੇ ਨੂੰ ਸਾਫ਼ ਕਰਦੀ ਸੀ। clean the whole house, ਸਾਰੇ ਘਰ ਦੀ ਸਫਾਈ ਕਰਦੀ ਸੀ। and wash the car whenever needed, ਤੇ ਜਦੋਂ ਜ਼ਰੂਰਤ ਹੋਵੇ ਕਾਰ ਵਾਸ਼ ਕਰਦੀ ਸੀ। I was working tirelessly every day, ਕਹਿੰਦੇ ਮੈਂ ਬਿਨਾਂ ਥੱਕੇ ਪੂਰਾ ਦਿਨ ਕੰਮ ਕਰਦੀ ਸੀ। until my whole body was sore just to wake up the next day and do it again, ਕਹਿੰਦੇ ਮੈਂ ਇੰਨਾ ਜ਼ਿਆਦਾ ਕੰਮ ਕਰਦੀ ਸੀ ਕਿ ਮੇਰਾ ਸਰੀਰ ਥੱਕ ਜਾਵੇ ਤੇ ਮੈਂ ਆਰਾਮ ਨਾਲ ਸੋ ਜਾਵਾਂ ਤੇ ਅਗਲੇ ਦਿਨ ਜਲਦੀ ਉੱਠ ਜਾਵਾਂ ਤੇ ਸਾਰੇ ਕੰਮ ਦੁਬਾਰਾ ਕਰਾਂ। Eventually, ਅਖੀਰ ਤੱਕ I got used to it, ਕਹਿੰਦੇ ਮੈਨੂੰ ਇਹਨਾਂ ਕੰਮਾਂ ਦੀ ਹੌਲੀ ਹੌਲੀ ਅਖੀਰ ਤੱਕ ਆਦਤ ਪੈ ਗਈ। and it became easier, ਤੇ ਕੰਮ ਕਰਨੇ ਆਸਾਨ ਹੋ ਗਏ। ਤੁਸੀਂ ਵੀ ਨੋਟ ਕਰੋਗੇ
ਜਿਹੜਾ ਕੰਮ ਅਸੀਂ ਪਹਿਲੀ ਵਾਰ ਕਰਦੇ ਉਹਨੂੰ ਟਾਈਮ ਲੱਗਦਾ, ਪਰ ਜਦੋਂ ਉਹ ਕੰਮ ਅਸੀਂ ਰੋਜ਼ ਕਰਨਾ ਸ਼ੁਰੂ ਕਰ ਦਈਏ ਸਾਡੇ ਬੋਡੀ ਯੂਜ਼ ਟੂ ਹੋ ਜਾਂਦੀ, ਆਦਤ ਪੈ ਜਾਂਦੀ, ਔਰ ਫਿਰ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਉਹ ਕੰਮ ਕਦੋਂ ਖਤਮ ਹੋ ਗਿਆ। ਤਾਂ ਉਹਨਾਂ ਨਾਲ ਵੀ ਇਹੀ ਹੋ ਰਿਹਾ ਸੀ। I also got more efficient at it, ਤੇ ਕਹਿੰਦੇ ਮੈਂ ਕੰਮ ਹੋਰ ਵਧੀਆ ਕਰਨ ਲੱਗ ਗਈ ਕਿ ਪਹਿਲੇ ਦਿਨ ਜਿੱਦਾਂ ਕੀਤਾ ਸੀ ਹੁਣ ਮੈਂ ਕੰਮ ਉਸ ਤੋਂ ਬਹੁਤ ਵਧੀਆ ਕਰਨ ਲੱਗ ਗਈ। and soon I was doing everything a lot quicker, ਤੇ ਜਲਦੀ ਹੀ ਮੈਂ ਸਾਰੇ ਕੰਮ ਬਹੁਤ ਜਲਦੀ ਖਤਮ ਕਰਨ ਲੱਗ ਪਈ। as I got quicker, ਹੁਣ ਕਹਿੰਦੇ ਜਦੋਂ ਮੈਂ ਜਲਦੀ ਕੰਮ ਖਤਮ ਕਰਨ ਲੱਗ ਗਈ, I started having more free time, ਤਾਂ ਮੇਰੇ ਕੋਲ ਵਾਧੂ ਸਮਾਂ ਹੋਰ ਬਚਣ ਲੱਗ ਗਿਆ। and didn't really know what to do with it, ਤੇ ਕਹਿੰਦੇ ਮੈਨੂੰ ਸਮਝ ਨਹੀਂ ਲੱਗਦਾ ਸੀ ਕਿ ਹੁਣ ਇਹ ਵਾਧੂ ਸਮਾਂ ਜਿਹੜਾ ਫ੍ਰੀ ਟਾਈਮ ਬਚ ਗਿਆ ਵਾ ਮੈਂ ਉਹ 'ਚ ਕੀ ਕਰਾਂ। ਜਿਹੜੀ ਬੋਡੀ ਕੰਮ ਕਰਨ ਲਈ ਯੂਜ਼ ਟੂ ਹੋ ਜਾਵੇ ਉਹਦੇ ਲਈ ਫ੍ਰੀ ਬੈਠਣਾ ਬੜਾ ਔਖਾ ਹੋ ਜਾਂਦਾ। ਸੋ ਦਿਸ ਵਾਸ ਗੋਇੰਗ ਵਿਦ ਹਰ। ਪਲੀਜ਼ ਡੈਡ, is there anything else you need help with? ਤਾਂ ਉਹ ਆਪਣੇ ਫਾਦਰ ਨੂੰ ਕਹਿੰਦੇ ਆ ਕਿ ਡੈਡ ਕੋਈ ਕੰਮ ਹੈ ਜਿਹਦੇ ਵਿੱਚ ਤੁਹਾਨੂੰ ਮਦਦ ਚਾਹੀਦੀ ਹੈ। I'm willing to do anything, ਤਾਂ ਕਹਿੰਦੇ ਕਿ ਮੈਂ ਕੋਈ ਵੀ ਕੰਮ ਕਰਾਂਗੀ, just lay it on me, ਸਿਰਫ ਮੈਨੂੰ ਕੰਮ ਦੇ ਦਿਓ। give me more chores, ਮੈਨੂੰ ਹੋਰ ਜ਼ਿਆਦਾ ਕੰਮ ਦਿਓ ਕਰਨ ਲਈ। I remember pleading with dad, ਕਹਿੰਦੇ ਮੈਨੂੰ ਯਾਦ ਹੈ ਮੈਂ ਆਪਣੇ ਫਾਦਰ ਅੱਗੇ ਇਹ ਰਿਕੁਐਸਟ ਕਰ ਰਹੀ ਸੀ, pleading ਰਿਕੁਐਸਟ ਕਰ ਰਹੀ। I was obsessed, ਮੈਂ ਹੁਣ ਕਹਿੰਦੇ ਪਾਗਲ ਹੋ ਗਈ ਸੀ, ਇੱਕ ਤਰ੍ਹਾਂ ਜਨੂਨ ਭਰ ਗਿਆ ਸੀ ਮੇਰੇ ਦਿਮਾਗ ਵਿੱਚ। any free time I had, ਮੇਰੇ ਕੋਲ ਕੋਈ ਵੀ ਫ੍ਰੀ ਟਾਈਮ ਹੁੰਦਾ, I wanted to fill it with more work and more money, ਤਾਂ ਕਹਿੰਦੇ ਮੈਂ ਉਹਨੂੰ ਜ਼ਿਆਦਾ ਕੰਮ ਤੇ ਜ਼ਿਆਦਾ ਪੈਸੇ ਨਾਲ ਭਰਨਾ ਚਾਹੁੰਦੀ ਸੀ। since the summer break was almost over, ਕਹਿੰਦੇ ਸਮਰ ਬ੍ਰੇਕ ਤਕਰੀਬਨ ਖਤਮ ਹੋਣ ਵਾਲੀ ਸੀ। and I knew I would have less time once I started going to school again, ਤੇ ਕਹਿੰਦੇ ਮੈਨੂੰ ਪਤਾ ਸੀ ਜਦੋਂ ਮੈਂ ਇੱਕ ਵਾਰ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਤਾਂ ਮੇਰੇ ਕੋਲ ਸਮਾਂ ਘੱਟ ਹੋਏਗਾ ਕੰਮ ਕਰਨ ਲਈ। so I wanted to work as much as possible during the break, ਇਸ ਕਰਕੇ ਕਹਿੰਦੇ ਮੈਂ ਬ੍ਰੇਕ ਦੇ ਟਾਈਮ ਛੁੱਟੀਆਂ ਵਿੱਚ ਹੀ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਕੇ ਪੈਸੇ ਕਮਾਉਣਾ ਚਾਹੁੰਦੀ ਸੀ। it took me a few months but I eventually saved up enough to buy myself the Bell computer, ਕਹਿੰਦੇ ਮੈਨੂੰ ਕੁਝ ਮਹੀਨੇ ਲੱਗੇ ਪਰ ਆਖਿਰਕਾਰ ਮੈਂ ਉਹਨੇ ਪੈਸੇ ਬਚਾ ਲਏ ਜਿੰਨੇ ਮੈਨੂੰ ਬੈਲ ਦਾ ਕੰਪਿਊਟਰ ਖਰੀਦਣ ਲਈ ਚਾਹੀਦੇ ਸੀ। it was a week before my birthday, ਮੇਰੇ ਬਰਥਡੇ ਨੂੰ ਜਨਮ ਦਿਨ ਨੂੰ ਕਹਿੰਦੇ ਇੱਕ ਹਫਤਾ ਪਿਆ ਸੀ। and I went to the Belcom center to place an order, ਤੇ ਕਹਿੰਦੇ ਮੈਂ ਬੈਲ ਕੰਪਿਊਟਰ ਦੇ ਸੈਂਟਰ ਜਿੱਥੇ ਬੈਲ ਕੰਪਿਊਟਰ ਮਿਲਦੇ ਸੀ ਉੱਥੇ ਗਈ ਆਰਡਰ ਦੇਣ ਲਈ। I knew it would take at least a week for the store to get in case it was out of stock, ਕਿਉਂਕਿ ਕਹਿੰਦੇ ਮੈਨੂੰ ਪਤਾ ਸੀ ਜੇ ਉਹਨਾਂ ਕੋਲ ਇਹ ਕੰਪਿਊਟਰ ਨਾ ਹੋਇਆ ਤਾਂ ਉਹਨਾਂ ਨੂੰ ਇੱਕ ਹਫਤਾ ਘੱਟੋ ਘੱਟ ਚਾਹੀਦਾ ਆ ਕੰਪਿਊਟਰ ਮੰਗਵਾਉਣ ਲਈ। ਤਾਂ ਕਹਿੰਦੇ ਮੈਂ ਇੱਕ ਹਫਤਾ ਪਹਿਲਾਂ ਹੀ ਕੰਪਿਊਟਰ ਦਾ ਆਰਡਰ ਦੇਣ ਲਈ ਚਲੀ ਗਈ। I walked in, ਕਹਿੰਦੇ ਮੈਂ ਬੈਲ ਦੇ ਸੈਂਟਰ ਦੇ ਅੰਦਰ ਗਈ and went straight to the employee sitting behind the front desk, ਤੇ ਕਹਿੰਦੇ ਮੈਂ ਉਸ EMPLOYEE ਕੋਲ ਗਈ ਜਿਹੜਾ front desk ਤੇ ਬੈਠੇ ਸੀਗੇ। to ask if the computer was available, ਕੀ ਪੁੱਛਣ ਲਈ ਗਈ ਕਿ ਉਹ ਕੰਪਿਊਟਰ ਹੈ ਉਹਨਾਂ ਕੋਲ ਕਿ ਨਹੀਂ। oh you don't need to buy that one, ਤਾਂ ਜਿਹੜੇ EMPLOYEE ਸੀ ਕਹਿੰਦੇ ਉਹ ਕਹਿੰਦੇ ਕਿ ਤੁਹਾਨੂੰ ਉਹ ਕੰਪਿਊਟਰ ਖਰੀਦਣ ਦੀ ਜ਼ਰੂਰਤ ਨਹੀਂ ਹੈ। we have another one coming out soon, ਕਿ ਸਾਡੇ ਕੋਲ ਇੱਕ ਨਵਾਂ ਕੰਪਿਊਟਰ ਆ ਰਿਹਾ ਹੈ। it is even faster and has double the storage, he said, ਉਹਨੇ ਕਿਹਾ ਕਿ ਇਹ ਉਸ ਤੋਂ ਵੀ ਜ਼ਿਆਦਾ ਤੇਜ਼ ਹੈ ਤੇ ਇਹਦੇ ਵਿੱਚ ਉਸ ਤੋਂ ਵੀ ਜ਼ਿਆਦਾ ਮੈਮਰੀ ਹੈ। I got excited for a bit, ਕਹਿੰਦੇ ਮੈਂ ਕੁਝ ਸਮੇਂ ਲਈ ਤਾਂ ਕੁਝ ਟਾਈਮ ਲਈ ਤਾਂ ਉਤਸੁਕ ਹੋ ਗਈ, ਵਾਓ ਇਸ ਤੋਂ ਵੀ ਵਧੀਆ ਕੰਪਿਊਟਰ ਆ ਰਿਹਾ ਵਾ। before he told me how much it would cost, ਪਰ ਕਹਿੰਦੇ ਇਹ ਖੁਸ਼ੀ ਉਦੋਂ ਤੱਕ ਹੀ ਸੀ ਜਦੋਂ ਤੱਕ ਉਹਨਾਂ ਨੇ ਮੈਨੂੰ ਉਹਦੀ ਕੀਮਤ ਨਹੀਂ ਦੱਸੀ ਸੀ। ਤੇ ਜਦੋਂ ਉਹਨਾਂ ਨੇ ਕੀਮਤ ਦੱਸੀ I realized I would need another 2 months of doing chores to be able to afford it, ਤਾਂ ਕਹਿੰਦੇ ਮੈਨੂੰ ਮਹਿਸੂਸ ਹੋਇਆ ਕਿ ਇਸ ਕੰਪਿਊਟਰ ਨੂੰ ਖਰੀਦਣ ਲਈ ਮੈਨੂੰ ਹੋਰ 2 ਮਹੀਨੇ ਕੰਮ ਕਰਨਾ ਪਏਗਾ।
That is when I realized how fast technology changes. ਤੇ ਕਹਿੰਦੇ ਉਸ ਟਾਈਮ ਮੈਨੂੰ ਸਮਝ ਆਈ ਜਿਹੜੀ ਤਕਨੀਕ ਹੈ, ਟੈਕਨੋਲੋਜੀ ਹੈ, ਉਹ ਬਹੁਤ ਜਲਦੀ ਬਦਲ ਜਾਂਦੀ ਹੈ। ਐਂਡ no matter how good a machine is, ਕਹਿੰਦੇ ਜੋ ਵੀ ਹੋ ਜਾਵੇ, ਜਿੰਨੀ ਮਰਜ਼ੀ ਵਧੀਆ ਮਸ਼ੀਨ ਹੋਵੇ, ਕੋਈ ਵੀ ਮਸ਼ੀਨ ਹੋਵੇ, there will always be a better, faster model in the market before you fully get used to the one you just got. ਕਹਿੰਦੇ ਜਿੰਨੀ ਮਰਜ਼ੀ ਵਧੀਆ ਚੀਜ਼ ਤੁਸੀਂ ਲੈ ਲਓ, ਉਸ ਤੋਂ ਵਧੀਆ ਚੀਜ਼ ਮਾਰਕੀਟ ਵਿੱਚ ਆਉਣ ਲਈ ਤਿਆਰ ਹੀ ਹੁੰਦੀ ਹੈ ਜਦੋਂ ਤੱਕ ਤੁਹਾਨੂੰ ਜਿਹੜੀ ਖਰੀਦੀ ਹੈ ਚੀਜ਼ ਉਹਦੀ ਆਦਤ ਨਾ ਪੈ ਜਾਵੇ। ਜਦ ਤੱਕ ਤੁਸੀਂ ਹਜੇ ਉਹ ਪੂਰਾ ਵਰਤੀ ਵੀ ਨਹੀਂ ਹੁੰਦੀ ਚੀਜ਼ ਖਰੀਦੀ ਹੋਈ, ਨਵਾਂ ਮਾਡਲ ਮਾਰਕੀਟ 'ਚ ਆ ਜਾਂਦਾ ਹੈ। I decided that very moment not to buy the computer. ਕਹਿੰਦੇ ਉਸੇ ਟਾਈਮ ਮੈਂ ਫੈਸਲਾ ਲੈ ਲਿਆ ਕਿ ਮੈਂ ਕੰਪਿਊਟਰ ਨਹੀਂ ਖਰੀਦਾਂਗੀ। Since I didn't want to spend my hard-earned money on something that would go down in value within no time. ਕਿਉਂਕਿ ਕਹਿੰਦੇ ਮੈਂ ਨਹੀਂ ਚਾਹੁੰਦੀ ਸੀ ਕਿ ਮੈਂ ਆਪਣੀ ਇੰਨੀ ਮਿਹਨਤ ਨਾਲ ਕਮਾਇਆ ਹੋਇਆ ਪੈਸਾ ਉਸ ਚੀਜ਼ ਵਿੱਚ ਲਗਾਵਾਂ ਜਿਹਦੀ ਕੀਮਤ ਕੁਝ ਦਿਨਾਂ ਵਿੱਚ ਹੀ ਘਟ ਜਾਵੇ। I ended up investing all of it in a savings account. ਕਹਿੰਦੇ ਮੈਂ ਆਪਣਾ ਸਾਰਾ ਪੈਸਾ ਕਮਾਇਆ ਹੋਇਆ ਸੇਵਿੰਗਸ ਅਕਾਊਂਟ ਵਿੱਚ ਬੈਂਕ ਵਿੱਚ ਜਮ੍ਹਾਂ ਕਰ ਦਿੱਤਾ। This is how I learned the value of money. ਇਸ ਤਰ੍ਹਾਂ ਕਹਿੰਦੇ ਮੈਂ ਪੈਸੇ ਦੀ ਕੀਮਤ ਸਮਝੀ, ਪੈਸੇ ਦਾ ਮਹੱਤਵ ਸਮਝਿਆ। So this was your story. ਇਹ ਸੀ ਤੁਹਾਡੀ ਕਹਾਣੀ Value of Money. What have you learnt? ਕੀ ਸਿੱਖਿਆ ਤੁਸੀਂ? ਤੁਹਾਡੇ 'ਚੋਂ ਬਹੁਤ ਸਾਰੇ ਬੱਚੇ ਹੋਣਗੇ ਜਿਹੜੇ ਘਰ ਜਾ ਕੇ ਜ਼ਿੱਦ ਕਰਦੇ ਹੋਣੇ ਆ ਮੋਬਾਈਲ ਲੈਣ ਦੀ, ਰਾਈਟ? ਕਿ ਮੈਨੂੰ ਤਾਂ ਇਹ ਮੋਬਾਈਲ ਚਾਹੀਦਾ ਆ, ਇਹ ਵਧੀਆ ਹੈ ਉਹਦੇ ਨਾਲੋਂ। ਯੂ ਡੂ, ਰਾਈਟ? ਆਈ ਨੋ ਬਹੁਤ ਬੱਚੇ ਕਰਦੇ ਹਨ। ਹੁਣ ਤੁਸੀਂ ਦੱਸੋ, ਅੱਜ ਤੁਸੀਂ ਵਧੀਆ ਮੋਬਾਈਲ ਲੈ ਲਓਗੇ, ਕੱਲ ਉਸ ਤੋਂ ਜ਼ਿਆਦਾ ਵਧੀਆ ਆ ਗਿਆ, ਫਿਰ ਕੀ ਕਰੋਗੇ? ਫਿਰ ਜ਼ਿੱਦ ਤੇ ਆਓਗੇ? ਯੈਸ, ਯੂ ਵਿਲ। ਪਰ ਤੁਸੀਂ ਦੇਖੋ ਕਿ ਤੁਹਾਡੇ ਪੇਰੈਂਟਸ ਕਿੱਦਾਂ ਪੈਸਾ ਕਮਾਉਂਦੇ ਆ, ਕਿੰਨੀ ਮਿਹਨਤ ਕਰਦੇ ਆ ਤੁਹਾਡੀ ਪੜ੍ਹਾਈ ਲਈ, ਤੁਹਾਡੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ। ਪਰ ਤੁਸੀਂ ਜੇ ਇੱਦਾਂ ਦੀਆਂ ਚੀਜ਼ਾਂ ਤੇ ਆਪਣੇ ਪੇਰੈਂਟਸ ਦੀ ਕਮਾਈ ਹੋਈ ਪੈਸੇ ਨੂੰ ਇਸ ਤਰ੍ਹਾਂ ਵੇਸਟ ਕਰੋਗੇ, ਦਿਸ ਇਜ਼ ਨਾਟ ਗੁੱਡ। ਸੋ ਅੰਡਰਸਟੈਂਡ ਦਾ ਵੈਲਿਊ ਆਫ ਮਨੀ। ਤੁਸੀਂ ਸਾਰੇ ਨਹੀਂ ਕਮਾ ਰਹੇ, ਤੁਹਾਡੀ ਫੈਮਿਲੀ 'ਚ ਜਿਹੜਾ ਵੀ ਕਮਾ ਰਿਹਾ ਹੈ ਉਹਨੂੰ ਦੇਖੋ ਕਿ ਉਹ ਕਿਸ ਤਰ੍ਹਾਂ ਮਿਹਨਤ ਕਰਦੇ ਆ, ਕਿਉਂਕਿ ਜਦੋਂ ਤੁਸੀਂ ਖੁਦ ਕਮਾਓਗੇ ਉਦੋਂ ਤੁਹਾਨੂੰ ਇਹ ਗੱਲ ਸਮਝ ਲੱਗੇਗੀ, ਪਰ ਹਜੇ ਉਸ ਚੀਜ਼ ਨੂੰ ਟਾਈਮ ਹੈ। ਸੋ ਦਿਸ ਵਾਜ਼ ਯੋਰ ਚੈਪਟਰ। ਨਾਓ ਲੈਟ ਅਸ ਡੂ ਦ ਐਕਟੀਵਿਟੀਜ਼। ਫਰਸਟ ਇਜ਼ given below are a few words, write them in the order as they appear in a dictionary. ਇੱਥੇ ਕੁਝ ਵਰਡਸ ਦਿੱਤੇ ਹੋਏ ਆ, ਇਹਨਾਂ ਨੂੰ ਤੁਸੀਂ ਡਿਕਸ਼ਨਰੀ ਵਿੱਚ ਕਿਸ ਤਰ੍ਹਾਂ ਆਰਡਰ ਵਿੱਚ ਆਣਗੇ ਉਸ ਤਰ੍ਹਾਂ ਇਹਨਾਂ ਦੇ ਆਨਸਰਸ ਲਿਖਣੇ ਆ, ਰਾਈਟ? ਤੁਹਾਨੂੰ ਡਿਕਸ਼ਨਰੀ ਯੂਜ਼ ਕਰਨੀ ਆਉਂਦੀ ਹੈ, ABCDEF ਐਲਫਾਬੈਟਿਕਲੀ ਹੁੰਦੇ ਆ ਵਰਡਸ, ਤੁਸੀਂ ਇਹਨਾਂ ਨੂੰ ਉਸ ਅਕੋਰਡਿੰਗ ਹੀ ਅਰੇਂਜ ਕਰਨਾ ਹੈ। ਦਿਸ ਇਜ਼ ਦ ਐਕਟੀਵਿਟੀ ਨੰਬਰ 2 ਆਫ ਯੋਰ ਬੁੱਕ। ਹੁਣ ਮੈਂ ਤੁਹਾਨੂੰ ਇਹ ਐਕਟੀਵਿਟੀ ਨਹੀਂ ਕਰਵਾ ਰਹੀ ਕਿਉਂਕਿ ਇਹ ਐਕਟੀਵਿਟੀ ਤੁਸੀਂ ਖੁਦ ਕਰੋਗੇ, ਕਿਉਂਕਿ ਸਾਰੇ ਬੱਚਿਆਂ ਨੂੰ ਡਿਕਸ਼ਨਰੀਜ਼ ਮਿਲ ਚੁੱਕੀਆਂ ਹਨ, ਰਾਈਟ? ਸੋ ਯੂ ਡੂ ਦਿਸ ਐਕਟੀਵਿਟੀ yourself. Now let us do the questions. What made the narrator happy? Unhappy. Narrator, ਕਹਾਣੀ ਦੱਸਣ ਵਾਲੇ ਨਾਖੁਸ਼ ਕਿਉਂ ਸੀ? ਕਿਉਂ ਸੀ ਨਾਖੁਸ਼ narrator? The limitations of her own computer made the narrator unhappy. ਜਿਹੜੀਆਂ ਉਹਨਾਂ ਦੀਆਂ ਕਮੀਆਂ ਸੀ ਕੰਪਿਊਟਰ ਦੀਆਂ, ਉਹਨਾਂ ਨੇ ਨਰੇਟਰ ਨੂੰ ਨਾਖੁਸ਼ ਕਰ ਦਿੱਤਾ। What was the narrator obsessed with? ਨਰੇਟਰ ਕਹਿੰਦੇ ਕਿਸ ਚੀਜ਼ ਲਈ ਅਬਸੈਸਡ ਸੀ, ਕਿਸ ਚੀਜ਼ ਨੂੰ ਖਰੀਦਣ ਲਈ ਉਹ ਪਾਗਲ ਹੋ ਚੁੱਕੀ ਸੀ। She was obsessed with the latest Bell computer. ਉਹ ਨਵਾਂ ਬੈਲ ਕੰਪਨੀ ਦਾ ਕੰਪਿਊਟਰ ਜਿਹੜਾ ਆਇਆ ਸੀ ਉਹਦੇ ਲਈ ਅਬਸੈਸਡ ਸੀ। What were the two features of Bell computer that were being advertised on TV? TV ਉੱਪਰ ਬੈਲ ਕੰਪਿਊਟਰ ਦੇ ਕਿਹੜੇ ਦੋ ਫੀਚਰਸ, ਵਿਸ਼ੇਸ਼ਤਾਵਾਂ ਦੱਸੀਆਂ ਜਾ ਰਹੀਆਂ ਸੀ ਜਾਂ ਦਿਖਾਈਆਂ ਜਾ ਰਹੀਆਂ ਸੀ? It had the fastest processor and high storage.
ਉਹਦਾ ਪ੍ਰੋਸੈਸਰ ਜਿਹੜਾ ਬਹੁਤ ਤੇਜ਼ ਹੈ ਤੇ ਉਹਦੀ ਮੈਮਰੀ ਬਹੁਤ ਜ਼ਿਆਦਾ ਹੈ। What offer did the parents give to the narrator? ਨਰੇਟਰ ਦੇ ਪੈਰੈਂਟਸ ਨੇ ਕੀ ਆਫਰ ਦਿੱਤਾ, ਕੀ ਕਿਹਾ ਉਹਨਾਂ ਨੇ ਕਰਨ ਨੂੰ? They would give her money if she would do house chores. ਤਾਂ ਉਹਨਾਂ ਨੇ ਕੀ ਸ਼ਰਤ ਰੱਖੀ ਸੀ ਕਿ ਜੇ ਉਹ ਘਰ ਦੇ ਕੰਮ ਕਰਨਗੇ ਤਾਂ ਉਹਨਾਂ ਨੂੰ ਉਸ ਚੀਜ਼ ਦੇ ਪੈਸੇ ਮਿਲਣਗੇ। Which two things did the narrator do to complete the chores? ਕਿਹੜੇ ਦੋ ਕੰਮ ਉਹ ਕਰ ਰਹੇ ਸੀ ਆਪਣੇ ਘਰ ਦੇ ਕੰਮਾਂ ਨੂੰ ਪੂਰੇ ਕਰਨ ਲਈ? ਕਿਹੜੀਆਂ ਦੋ ਚੀਜ਼ਾਂ ਉਹ ਕਰ ਰਹੇ ਸੀਗੇ? What was she doing? The narrator woke up early. ਉਹ ਸਵੇਰੇ ਜਲਦੀ ਉੱਠ ਜਾਂਦੇ ਸੀ and worked tirelessly every day. ਤੇ ਬਿਨਾਂ ਥੱਕੇ ਪੂਰਾ ਦਿਨ ਕੰਮ ਕਰਦੇ ਸੀ। ਕਿਉਂ ਕੰਮ ਕਰਦੇ ਸੀ? ਕਿ ਉਹਨਾਂ ਨੂੰ ਜ਼ਿਆਦਾ ਪੈਸੇ ਮਿਲਣਗੇ। What happened when the narrator went to the store to order the computer? ਕਹਿੰਦੇ ਜਦੋਂ ਨਰੇਟਰ ਕੰਪਿਊਟਰ ਦਾ ਆਰਡਰ ਦੇਣ ਗਏ ਤਾਂ ਉੱਥੇ ਕੀ ਹੋਇਆ ਸੀ? What happened? Tell me, come on. Right. ਉਹਨਾਂ ਨੂੰ ਪਤਾ ਲੱਗਾ ਹੋਰ ਕੰਪਿਊਟਰ ਆ ਰਿਹਾ ਵਾ। The store offered her the upcoming better computer. ਕਹਿੰਦੇ ਸਟੋਰ ਨੇ EMPLOYE ਨੇ ਕਿਹਾ ਕਿ ਹੋਰ ਵਧੀਆ ਕੰਪਿਊਟਰ ਆ ਰਿਹਾ ਵਾ, ਤੁਸੀਂ ਉਹ ਖਰੀਦ ਲਈਓ। Why did she decide against buying the computer she was obsessed with? ਕਿਉਂ ਕਹਿੰਦੇ ਉਹਨਾਂ ਨੇ ਕਿਹਾ ਕਿ ਉਹ ਕੰਪਿਊਟਰ ਨਹੀਂ ਖਰੀਦਣਗੇ ਜਿਹਦੇ ਲਈ ਉਹਨਾਂ ਨੇ ਇੰਨਾ ਕੁਝ ਕੀਤਾ? ਕਿਉਂ ਕਿਹਾ? Right. She decided against because she realized that technology changes rapidly. ਕਿਉਂਕਿ ਉਹਨਾਂ ਨੂੰ ਪਤਾ ਚੱਲ ਗਿਆ ਸੀ ਤਕਨੀਕ ਹੈ ਜਿਹੜੀ ਟੈਕਨੋਲੋਜੀ ਹੈ ਬਹੁਤ ਜਲਦੀ ਬਦਲ ਜਾਂਦੀ ਹੈ। She didn't want to spend her hard earned money on something that would go down in value soon. ਉਹ ਆਪਣੇ ਪੈਸੇ ਨੂੰ ਜਿਹੜਾ ਉਹਨਾਂ ਨੇ ਇੰਨੀ ਮਿਹਨਤ ਨਾਲ ਕਮਾਇਆ ਸੀ ਉਸ ਚੀਜ਼ ਤੇ ਬਰਬਾਦ ਨਹੀਂ ਕਰਨਾ ਚਾਹੁੰਦੇ ਸੀ ਜਿਹਦੀ ਕੀਮਤ ਕੁਝ ਟਾਈਮ 'ਚ ਹੀ ਘਟ ਜਾਵੇ। Why did the bell employee advise the narrator to wait for a few more days? ਉਹਨਾਂ ਨੇ ਕਿਉਂ ਕਿਹਾ EMPLOYE ਨੇ ਕਿ ਤੁਸੀਂ ਕੁਝ ਦਿਨ ਹੋਰ ਵੇਟ ਕਰ ਲਓ? The bell employee advised the narrator to wait because a new and better computer would come into the market. ਉਹਨਾਂ ਨੇ ਇਸ ਕਰਕੇ ਕਿਹਾ ਕਿਉਂਕਿ ਵਧੀਆ ਕੰਪਿਊਟਰ ਤੇ ਨਵਾਂ ਕੰਪਿਊਟਰ ਮਾਰਕੀਟ ਵਿੱਚ ਜਲਦੀ ਹੀ ਆਉਣ ਵਾਲਾ ਸੀ। So these were the questions of your book. Now note down your home assignment, dictionary exercise activity 2 and write a short paragraph on use of computer using given hints. ਇਹਨਾਂ hints ਦੀ ਵਰਤੋਂ ਨਾਲ ਤੁਸੀਂ ਛੋਟਾ ਜਿਹਾ paragraph ਲਿਖੋ use of computer ਤੇ। So this was for today and enjoy this chapter and think about if you do like this. ਇਸ ਬਾਰੇ ਸੋਚੋ ਜੇ ਤੁਸੀਂ ਵੀ ਇਦਾਂ ਕਰਦੇ ਹੋ, right? Change yourself. So this was for today. Thank you. This is prepared by me, Chavi, English Mistress, Government Middle School, Balla Kala. Thank you. Have a nice day.